So we will read lesson first. Let's begin. As you can see here, it's lesson first, crop production and management. ओके बच्चे स्टार्ट करिए। बच्चे ਇਹਦੇ ਵਿੱਚ ਆਪਾਂ ਪੰਜਾਬੀ, ਹਿੰਦੀ ਤੇ ਇੰਗਲਿਸ਼ ਤਿੰਨਾਂ ਮੀਡੀਅਮ ਨੂੰ ਕਵਰ ਕਰਨਾ ਤਾਂ ਜੋ ਸਾਰੇ ਬੱਚਿਆਂ ਨੂੰ ਸਮਝ ਆਵੇ। ਸੋ ਇਹਦੇ ਵਿੱਚ ਇੰਗਲਿਸ਼ ਦੇ ਸ਼ਬਦ ਅਤੇ ਪੰਜਾਬੀ ਦੇ ਸ਼ਬਦ ਉਹਨਾਂ ਨੂੰ ਮਿਕਸ ਕਰਕੇ ਯੂਜ਼ ਕੀਤਾ ਜਾਏਗਾ। ਓਕੇ ਬੱਚੇ। ਹਾਂਜੀ ਬੱਚੇ, ਨਾਲ ਦੀ ਨਾਲ ਸਾਰੇ ਬੱਚੇ ਆਪਣੀਆਂ ਕਿਤਾਬਾਂ ਕੱਢ ਲੈਣ। ਨੇ ਬੁੱਕਸ ਕੋਲ ਰੱਖ ਲਈਆਂ ਅਤੇ ਹੋ ਸਕੇ ਤਾਂ ਰਫ ਕਾਪੀਜ਼ ਵੀ ਨਾਲ ਰੱਖੋ ਤਾਂ ਜੋ ਮੇਨ ਪੁਆਇੰਟਸ ਨੂੰ ਤੁਸੀਂ ਨਾਲ ਦੀ ਨਾਲ ਨੋਟ ਕਰ ਸਕੋ। ਓਕੇ ਬੱਚੇ, ਤੋ ਨਾਲ ਦੀ ਨਾਲ ਤੁਹਾਨੂੰ ਸਮਝ ਆ ਜਾਏਗਾ। ਅਦਰਵਾਈਜ਼ ਤੁਸੀਂ ਵੀਡੀਓ ਨੂੰ ਦੁਬਾਰਾ ਤੋਂ ਵੀ ਦੇਖ ਸਕਦੇ ਹੋ ਅਗਰ ਪੁਆਇੰਟ ਨਾ ਸਮਝ ਆਵੇ। ਕ੍ਰੌਪ ਪ੍ਰੋਡਕਸ਼ਨ ਐਂਡ ਮੈਨੇਜਮੈਂਟ ਵਿੱਚ ਫਸਟ ਲੈਸਨ ਦਾ ਜਿਹੜਾ ਨੇਮ ਆ ਉਹ ਆਪਾਂ ਨੂੰ ਕਹਿ ਕੀ ਰਿਹਾ ਕਿ ਫਸਲ ਨੂੰ ਉਗਾਉਣਾ ਕਿਸ ਤਰ੍ਹਾਂ, ਫਸਲ ਦੀ ਪ੍ਰੋਡਕਸ਼ਨ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ, ਫਸਲ ਨੂੰ ਉਗਾ ਕੇ ਉਸ ਤੋਂ ਬਾਅਦ ਉਹਦੀ ਹਾਰਵੈਸਟਿੰਗ ਕਰਕੇ ਦੈਨ ਆਫਟਰ ਦੈਟ ਉਸ ਦੀ ਮੈਨੇਜਮੈਂਟ ਜਿਹੜਾ ਸਿਸਟਮ ਆ ਉਹ ਕਿੱਦਾਂ ਦਾ ਹੋਣਾ ਚਾਹੀਦਾ, ਉਹਦਾ ਭੰਡਾਰਨ ਕਿਵੇਂ ਦਾ ਹੋਣਾ ਚਾਹੀਦਾ। ਸੋ ਪੰਜਾਬੀ ਵਿੱਚ ਇਸ ਬੱਚਿਆਂ ਨੂੰ ਇਹਦਾ ਜਿਹੜਾ ਮੀਨਿੰਗ ਆ ਉਹ ਸਮਝ ਆ ਜਾਏਗਾ, ਦੈਟ ਇਜ਼ ਭੰਡਾਰਨ। ਅਤੇ ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਬੱਚੇ ਖਾਸ ਪੁਆਇੰਟ ਆ ਗਏ ਨੇ, ਦੈਟ ਇਜ਼ ਸੋਇੰਗ, ਬੀਜਣਾ, ਜਦੋਂ ਬੀਜ ਨੂੰ ਬੀਜਿਆ ਜਾਂਦਾ। ਆਫਟਰ ਦੈਟ ਵਾਟਰ ਨੂੰ ਇਰੀਗੇਟ ਫਸਲ ਨੂੰ ਇਰੀਗੇਟ ਕਰਨਾ, ਦੈਨ ਹਾਰਵੈਸਟ ਕਰਨਾ, ਹਾਰਵੈਸਟਿੰਗ। ਅਤੇ ਇਹ ਜਿਹੜੇ ਬੱਚੇ ਪੁਆਇੰਟ ਇਹ ਕ੍ਰੌਪ ਪ੍ਰੋਡਕਸ਼ਨ ਦੇ ਵਿੱਚ ਆ ਜਾਣਗੇ ਅਤੇ ਨਾਲ ਦੀ ਨਾਲ ਆਪਾਂ ਉਹਦਾ ਮੈਨੇਜਮੈਂਟ ਵੀ ਦੇਖਾਂਗੇ। ਠੀਕ ਹੈ ਬੱਚੇ, ਤਾਂ ਇਹ ਲੈਸਨ ਆਪਾਂ ਨੂੰ ਕਹਿ ਰਿਹਾ ਵਾ ਅਤੇ ਇਹਦੇ ਵਿੱਚ ਆਪਾਂ ਇਹ ਚੀਜ਼ਾਂ ਸਾਰੀਆਂ ਪੜ੍ਹਾਂਗੇ। ਚਲੋ ਇਹਦੇ ਵਿੱਚ ਬੱਚੇ ਦੋ ਸਟੂਡੈਂਟ ਨੇ, ਇੱਕ ਦਾ ਨਾਮ ਹੈਗਾ ਪਹੇਲੀ ਅਤੇ ਇੱਕ ਬੂਜੂ। ਵੈਂਟ ਟੂ ਦੇਅਰ ਅੰਕਲਸ ਹਾਊਸ ਡਿਊਰਿੰਗ ਦਾ ਸਮਰਸ ਵੇਕੇਸ਼ਨ। Their uncle is a farmer. One day they saw some tools like khurpi, sickle, shovel, plough, etc. in the field. ਜਿੱਦਾਂ ਆਮ ਤੌਰ 'ਤੇ ਬੱਚੇ ਗਰਮੀਆਂ ਦੇ ਛੁੱਟੀਆਂ ਵਿੱਚ ਆਪਣੇ ਅੰਕਲ ਆਂਟੀ ਕੋਲ, ਨਾਨਾ ਨਾਨੀ ਕੋਲ, ਦਾਦਾ ਦਾਦੀ ਕੋਲ ਛੁੱਟੀਆਂ ਕੱਟਣ ਚਲੇ ਜਾਂਦੇ। ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਜਿਹੜੇ ਅੰਕਲ ਨੇ ਉਹ ਇੱਕ ਫਾਰਮਰ ਨੇ, ਇੱਕ ਕਿਸਾਨ ਨੇ। ਓਕੇ, ਇੱਕ ਕਿਸਾਨ ਜਾਂ ਖੇਤੀ ਕਰਦੇ ਨੇ। ਉਹਨਾਂ ਨੇ ਦੇਖਿਆ ਕਿ ਉਹਨਾਂ ਕੋਲ ਖੁਰਪੀ, ਜਿਹਨੂੰ ਆਪਾਂ ਆਮ ਤੌਰ 'ਤੇ ਰੰਬਾ ਕਹਿੰਦੇ ਹਾਂ, ਦੈਨ ਸਿੱਕਲ, ਸ਼ੋਵਲ, ਪਲਫ। ਹੁਣ ਬੱਚੇ ਇਹਨਾਂ ਦੀ ਪੰਜਾਬੀ ਸਮਝੋ ਕਿ ਇਹਨਾਂ ਦੇ ਪੰਜਾਬੀ 'ਚ ਮੀਨਿੰਗ ਕੀ ਨੇ ਜਾਂ ਹਿੰਦੀ 'ਚ ਕੀ ਮੀਨਿੰਗ ਨੇ। ਚਲੋ ਆਪਾਂ ਇੱਥੇ ਨਾਲ ਦੀ ਨਾਲ ਨੋਟ ਕਰ ਲੈਂਦੇ ਹਾਂ। ਖੁਰਪੀ ਬੱਚੇ ਮਤਲਬ ਆਮ ਤੌਰ 'ਤੇ ਆਪਾਂ ਨੂੰ ਰੰਬੀ ਬੋਲ ਦਿੰਦੇ ਹਾਂ ਜਾਂ ਰੰਬਾ ਬੋਲ ਦਿੰਦੇ ਹਾਂ। ਠੀਕ ਹੈ ਜੀ। ਸਿੱਕਲ ਦਾ ਬੱਚੇ ਮਤਲਬ ਹੁੰਦਾ ਵਾ ਦਾਤੀ, ਦਾਤੀ ਹੁੰਦੀ ਹੈ ਜਾਂ ਇਹਨੂੰ ਦਾਤਰੀ ਵੀ ਬੋਲ ਦਿੰਦੇ ਆ। ਕੁਝ ਬੁੱਕਸ ਵਿੱਚ ਮੇ ਵੀ ਦਾਤਰੀ ਲਿਖਿਆ ਹੋ ਸਕਦਾ, ਆਮ ਤੌਰ 'ਤੇ ਆਪਾਂ ਦਾਤੀ ਕਹਿੰਦੇ ਹਾਂ। ਸ਼ੋਵਲ ਦਾ ਬੱਚੇ ਮੀਨਿੰਗ ਹੁੰਦਾ ਕਹੀ। ਆਈ ਹੋਪ ਤੁਸੀਂ ਆਮ ਤੌਰ 'ਤੇ ਦੇਖਿਆ ਹੋਏਗਾ ਕਹੀ ਜਿਹਨੂੰ ਕਹਿੰਦੇ ਨੇ। ਓਕੇ, ਪਲਫ ਦਾ ਬੱਚੇ ਮੀਨਿੰਗ ਹੁੰਦਾ ਜਿਹੜਾ ਖੇਤਾਂ ਨੂੰ ਵਾਹੁਣ ਵਿੱਚ ਹੈਲਪ ਕਰਦਾ। ਆਮ ਤੌਰ 'ਤੇ ਆਪਾਂ ਇਹਨੂੰ ਹੱਲ ਵੀ ਕਹਿੰਦੇ ਹਾਂ, ਜਿਹੜੇ ਟਰੈਕਟਰਾਂ ਦੇ ਮਗਰ ਆਮ ਤੌਰ 'ਤੇ ਪਏ ਹੁੰਦੇ ਆ। ਅਤੇ ਘਰਾਂ ਦੇ ਵਿੱਚ ਸਿੰਗਲ ਵੀ ਪੀਸ ਪਿਆ ਹੁੰਦਾ ਜਿਹਨੂੰ ਆਪਾਂ ਮੁੰਨੀ ਕਹਿੰਦੇ ਹਾਂ ਆਮ ਤੌਰ 'ਤੇ। ਮੁੰਨੀ ਆਈ ਥਿੰਕ ਤੁਸੀਂ ਆਪਣੇ ਪਾਪਾ ਤੋਂ ਪੁੱਛ ਲਿਓ ਕਿ ਪਾਪਾ ਮੁੰਨੀ ਕੀ ਹੁੰਦੀ ਆ, ਤਾਂ ਤੁਹਾਨੂੰ ਸਮਝਾ ਦੇਣਗੇ। ਉਹ ਹਲ ਦਾ ਇੱਕ ਪੀਸ ਹੁੰਦਾ ਵਾ ਜਿਹਦੇ ਨਾਲ ਛੋਟੇ ਖੇਤ ਆਪਣੇ ਘਰਾਂ ਵਿੱਚ ਜਦੋਂ ਆਪਾਂ ਸਬਜ਼ੀ ਵਗੈਰਾ ਉਗਾਉਂਦੇ ਹਾਂ ਤਾਂ ਉਹਦੇ ਵਿੱਚ ਆਪਾਂ ਦਾ ਯੂਜ਼ ਕਰ ਸਕਦੇ ਹਾਂ ਜਾਂ ਕਰਦੇ ਹਾਂ। ਠੀਕ ਹੈ, ਉਹ ਮਤਲਬ ਤੁਸੀਂ ਇਹਨੂੰ ਹਲ ਵੀ ਕਹਿ ਸਕਦੇ ਹੋ, ਮੈਂ ਇੱਥੇ ਹਲ ਲਿਖ ਦਿੰਦਾ। ਸੋ ਪਲਫ ਦਾ ਮਤਲਬ ਹੁੰਦਾ ਖੇਤ ਨੂੰ ਵਾਹੁਣ ਦੇ ਵਿੱਚ ਜਿਹੜੀ ਚੀਜ਼ ਹੈਲਪ ਕਰਦੀ ਹੈ। ਠੀਕ ਹੈ, ਹਲ। ਸੋ ਨੈਕਸਟ ਆ ਜਾਓ ਬੱਚੇ, ਨੋਟ ਕਰ ਲਿਓ ਇਹਨਾਂ ਨੂੰ। ਤਾਂ ਉਹ ਬੱਚੇ ਨੇ ਕੀ ਦੇਖਿਆ, ਯੂ ਹੈਵ ਲਰਨਡ ਦੈਟ all living organisms required food. Plants can make their food themselves. Can you recall how green plants synthesize their own food? ਤਾਂ ਉਹ ਬੱਚੇ ਥੋੜ੍ਹੇ ਜਿਹੇ ਉੱਥੇ ਜਾ ਕੇ, ਜਿਹਨੂੰ ਆਪਾਂ ਕਹਿੰਦੇ ਨਾ ਬੱਚੇ ਕਿਊਰੀਅਸ ਹੁੰਦੇ ਆ, ਤਾਂ ਉਹਨਾਂ ਨੇ ਜਾਣਨ ਦੀ ਇੱਛਾ ਹੋਈ ਕਿ ਪੌਦਿਆਂ ਦੇ ਵਿੱਚ ਭੋਜਨ ਕਿੱਥੋਂ ਆਉਂਦਾ, ਭੋਜਨ ਕਿੱਦਾਂ ਖਾਂਦੇ ਨੇ, ਉਹਨਾਂ ਵਿੱਚ ਭੋਜਨ ਦੀ ਫੋਰਮੇਸ਼ਨ ਕਿਸ ਤਰ੍ਹਾਂ ਹੁੰਦੀ ਹੈ, ਭੋਜਨ ਪ੍ਰੋਡਕਸ਼ਨ ਕਿਸ ਤਰ੍ਹਾਂ ਹੁੰਦੀ ਹੈ।
ਬਣਦਾ ਕਿਵੇਂ। ਚਲੋ ਆਪਾਂ ਅੱਗੇ ਚੱਲੀਏ ਥੋੜ੍ਹਾ ਜਿਹਾ। ਤੁਸੀਂ ਬੱਚੇ ਜਿੱਦਾਂ ਪੁਰਾਣੀਆਂ ਕਲਾਸਾਂ 'ਚ ਪੜ੍ਹ ਕੇ ਆਏ ਹੋ, you already know that energy from food is utilized by organism for carrying out their various body function such as digestion, respiration, excretion। ਕਹਿੰਦੇ ਜਿਹੜੇ ਤੁਹਾਨੂੰ ਪਤਾ ਕਿ ਭੋਜਨ ਤੋਂ ਜਿਹੜੀ ਵੀ ਆਪਾਂ ਨੂੰ એનર્ਜੀ ਮਿਲਦੀ ਆ, ਇੱਥੇ ਇਹ ਆਪਾਂ ਗੱਲ ਕਰਦੇ ਹਾਂ ਕਿ ਭੋਜਨ ਤੋਂ ਜਿਹੜੀ ਆਪਾਂ ਨੂੰ ਊਰਜਾ ਜਾਂ ਤਾਕਤ ਮਿਲਦੀ ਆ, ਉਹਦਾ ਉਪਯੋਗ ਕਿੱਥੇ ਕਿੱਥੇ ਹੁੰਦਾ ਸਰੀਰ ਵਿੱਚ। ਡਾਈਜੈਸ਼ਨ, ਰੈਸਪੀਰੇਸ਼ਨ, ਐਕਸਕ੍ਰੀਸ਼ਨ। ਡਾਈਜੈਸ਼ਨ, ਰੈਸਪੀਰੇਸ਼ਨ ਅਤੇ ਐਕਸਕ੍ਰੀਸ਼ਨ ਕੀ ਆ, ਚਲੋ ਬੱਚੇ ਦੇ ਪੁਆਇੰਟ ਆਪਾਂ ਨੋਟ ਕਰੀਏ। डाइजेशन, हजम होना, शरीर विच किसी चीज़ का हजम होना, हजम होने की प्रक्रिया। एंड रेस्पिरेशन, वैरी गुड, ये तुहानूं भी पता होएगा बच्चे। 2 मिनट सोचो की हुंदा रेस्पिरेशन। वैरी गुड, साह क्रिया। थर्ड वन इज एक्सक्रीशन। चलो सोचो बच्चे जल्दी। एक्सक्रीशन मतलब, वैरी गुड, पंजाबी दे विच मल त्याग बोलते हैं, मल निकास भी बोल देंगे, मल त्याग भी बोल देंगे। एट लास्ट बॉडी का जो फंक्शन होंदा वो एक्सक्रीशन होंदा वा। ठीक है बच्चे, समझ गए होवोगे। आजो कि चलिए हुण मेन गल ते आजो बच्चे। ये तो एक थोड़ा जिहा इंट्रोडक्शन सी चैप्टर बारे, हुण आपां मेन इहदे विच पढ़ीए। एग्रीकल्चर प्रैक्टिसिस मतलब खेतीबाड़ी दे विच ਜਿਹੜੀਆਂ ਚੀਜ਼ਾਂ यूज़ ਹੁੰਦੀਆਂ ਜਾਂ ਖੇਤੀਬਾੜੀ ਨੂੰ ਕਰਨ ਦਾ ਢੰਗ, ਖੇਤੀਬਾੜੀ ਨੂੰ ਕਰਨ ਦਾ ਢੰਗ। ਇਹਦੇ ਵਿੱਚ ਛੋਟੀ ਜਿਹੀ ਬੱਚੇ ਤੁਹਾਨੂੰ ਹਿਸਟਰੀ ਦੱਸੀ ਗਈ ਆ ਕਿ ਅੱਜ ਤੋਂ 10,000 ਸਾਲ ਪਹਿਲਾਂ। ਹੁਣ ਬੱਚੇ BC ਦਾ ਇੱਥੇ ਕੀ ਮੀਨਿੰਗ ਆ, ਵਾਟ ਡਜ਼ ਇਟ ਮੀਨ BC। ਨੋਟ ਕਰੋ ਬੱਚੇ ਆਪਣੀ ਕਾਪੀ 'ਤੇ। ਆਈ ਹੋਪ ਕਿ ਤੁਸੀਂ SST ਵਿੱਚ ਇਹ ਚੀਜ਼ਾਂ ਪੜ੍ਹੀਆਂ ਹੋਣਗੀਆਂ। BC एंड AD। बच्चे BC का मीनिंग लिखो बिफोर क्राइस्ट, आफ्टर डेथ ऑफ क्राइस्ट। BC का मीनिंग पता लग गया, AD का मीनिंग पता लग गया। क्राइस्ट बच्चे जिहड़े हैगे ने ये ਜਿਹੜੇ ਆਪਣੇ ਬ੍ਰਿਟਿਸ਼ ਲੋਕ ਨੇ, ਫੋਰਨਰ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦੇ ਗੁਰੂ ਆ, ਜਿਹਨਾਂ ਨੂੰ ਆਪਾਂ ਪਿਓਰ ਪੰਜਾਬੀ ਵਿੱਚ ਯਿਸੂ ਮਸੀਹ ਕਹਿੰਦੇ ਆ, ਜੀਸਸ। ਸੋ ਯੂ ਕੈਨ ਰਾਈਟ ਹੀਅਰ ਜੀਸਸ। ਓਕੇ, ਤੁਸੀਂ ਬਹੁਤ ਸਾਰੇ ਬੱਚਿਆਂ ਨੇ ਪਲੱਸ ਦਾ ਨਿਸ਼ਾਨ ਇੱਦਾਂ ਕਰਕੇ ਦੇਖਿਆ ਹੋਏਗਾ ਨਾ, ਆਮ ਤੌਰ 'ਤੇ ਇਸ ਤਰ੍ਹਾਂ ਦਾ ਇੱਕ ਨਿਸ਼ਾਨ ਹੁੰਦਾ ਵਾ। ਤਾਂ ਇਹਨਾਂ ਲਈ ਇਹ ਨਿਸ਼ਾਨ ਯੂਜ਼ ਕੀਤਾ ਜਾਂਦਾ। ਸੋ ਇਹਨਾਂ ਉੱਪਰ ਇਹਨਾਂ ਨੂੰ ਹੈਂਗ ਆਊਟ ਕੀਤਾ ਗਿਆ ਸੀਗਾ। ਚਲੋ, तो वो अपने सालों की जी गिणती आ उन्होंने जन्म तो ही मतलब शुरुआत मानते हैं कि उदों की ही उन्होंने काउंटिंग स्टार्ट हुई ने। तो इस तरीके उन्होंने कहा जाता कि 10,000 BC बिफोर क्रिस्ट जी के आने तो पहला 10,000 साल पहला। ठीक है, अगर इतने AD होंदा तो आफ्टर डैथ, उन्होंने डैथ तो बाद। तो एक चीज़ तुहानूं हुण समझ आ गई होनी है। SST विच जो बच्चे पढ़ोगे तो होर क्लीयर तरीके नाल इहनूं टीचर तो समझिओ। ठीक है, हाँ जी। दे वर वेंटरिंग इन द ग्रुप। तो उन्होंने समय की होंदा सी लोग आदि मानव की तरह रहिंदे हुंदे सी, तो अपने भोजन को लभण लई इधर उधर जाते रहंदे सी। वेंटरिंग का मतलब होंदा घूमना, इधर उधर घूमना। इसदा एक होर मीनिंग है बच्चे, मे भी तुसीं इहनूं नोट तुसीं पढ़े हुए। पेसिंग, पेसिंग का मतलब होंदा इधर उधर घूमना। मतलब तुसीं इह शब्द इहदा सिनोनिम याद कर सकदे। इन सर्च ऑफ फूड एंड शैल्टर, भोजन के लिए अते एक थां तो दूसरी थां रहण दे लई। उत्थे जिन्हां नूं कोई थां होर वधिया लगे तो उत्थे जाके वो एडजस्ट हो जाते सी। ठीक है, दे एट दिस इज सैकेंड फॉर्म ऑफ वर्ब।
verb की second form होगी. They ate raw fruits and vegetables and started hunting for animals for food. वो बच्चे raw food खांदे सी, ठीक है बच्चे. कच्चे ਹੁੰਦੇ ना फ्रूट, जिवें ਆਪਾਂ मैंगो कच्चा खा लैंदे आ, अमरूद ਆਪਾਂ कच्चे खा लैंदे आ. raw fruits कच्चे, raw ਨੂੰ ਆਪਾਂ ਕੀ ਬੋਲਦੇ ਆ, कच्चे फ्रूट्स मतलब फल, कच्चे फल. ਵੈਜੀਟੇਬਲਸ भी कच्चियाँ खा लेंदे सी. दैन स्टार्टड हंटिंग, उस बाद उन्होंने एनीमल्स ਨੂੰ मारना स्टार्ट किया. हंटिंग का मतलब होंदा बच्चे शिकार करना. हंटिंग का मतलब होंदा शिकार करना. सो आ चीज़ भी तुहानूं समझ आ गई होनी है, शिकार करना. लेटर दे कुड कल्टीवेट लैंड एंड प्रोड्यूस राइस. उस तो बाद उन्होंने की किया, हौली हौली खेती करनी स्टार्ट की. ਜਿਹੜੇ पहाड़ी इलाके से छोटे छोटे जिथे मतलब इलाका सीगा उन्होंने साफ किया, उन्होंने उन्होंने मैदानी इलाके में कन्वर्ट किया. आफ्टर दैट उन्होंने उत्थे फसल उगानी स्टार्ट की. हालांकि वीट ते राइस बच्चे नैचुरली ही होंगे, बट उन्होंने पता लग गया कि इन्हों खाधा जा सकता. उन्होंने खुद भी उस समय उन्होंने ये नहीं भी उन्होंने रिसर्च करके बीज तैयार किए. नो, ऑलरेडी ये घाह की फॉर्म के मौजूद सन, बस उन्होंने पता लग गया कि इनू इस तरह खाया जा सकता. इस चीज़ का बच्चे ध्यान रखियो. तो उत्थों फिर किहदा जन्म होया, खेतीबाड़ी का जन्म होया. ठीक है बच्चे. हाँ जी. क्रॉप की होंदी है? क्रॉप बच्चे वो चीज़ होंदी है जिहड़ी एक पौधे की किस्म नूं बहुत वड्डे पैमाने ते, बहुत लार्ज स्केल के उपर उगाया जा सके जां उगाया जाता है, उसनूं क्रॉप कहते हैं. ठीक है. एक पौधा उहदी किस्म नूं बहुत लार्ज वड्डे पैमाने ते उगाया जाता, उन्होंने क्रॉप कहते हैं. सो यू कैन सी हियर इट्स डेफिनेशन. जूम कर दें. When plants of the same kind are grown and cultivated at one place on a large scale is called crop. Understand बच्चे. जिदा कणक ਅਤੇ ਝੋਨਾ, कणक का तुसीं एक पौधा देखो तो वो देखो पूरे खेतों में कितने ज़्यादा लार्ज स्केल पर लगाया जाता, इस करके उन्होंने आप फसल कहने हैं. तो चलो, यू ऑलरेडी नो दैट क्रॉप्स आर डिफरेंट टाइप्स ऑफ सीरियल्स. दाल अलग अलग तरह दी फसल होंगे बच्चे. दाल हो गई, सब्जियां हो गई, फ्रूट्स हो गए. फसल सिर्फ कणक झोने की नहीं होंगी, बनाना की भी होंगी है फसल, मैंगो की भी होंगी है फसल, अमरूद की भी होंगी है फसल. मतलब उन्होंने जिन्होंने लार्ज स्केल पर आप उगा सकते हैं उन्होंने आप फसल कह सकते हैं. सीरियल्स का बच्चे मीनिंग होंदा दाल. सीरियल्स मीनस दाल. वैजीटेबल्स सब्जियां, ये चीज़ तो बच्चे नॉर्मल है, तो बिंदी नहीं आएगी. सब्जियां एंड फ्रूट्स, दीज कैन बी क्लासीफाइड ऑन द बेसिस ऑफ सीजन इन विच दे ग्रो. सीजन के आधार पर आप इन्हों की वंड कर सकते हैं. इंडिया इज़ अ वास्ट कंट्री. वास्ट का बच्चे मीनिंग होंदा लार्ज. जिहड़ी चीज़ लार्ज हो, ठीक है बच्चे, जिहड़ी चीज़ वड्डी हो, बहुत वड्डी हो. कंट्री इंडिया कंट्री काफ़ी वड्डी है, बहुत ज़्यादा ये अलग अलग तरह के पौधे जानवर पाए जाते हैं. ठीक है. हालांकि बहुत ज़्यादा धर्म भी इंडिया में ही पाए जाते हैं. एज अ जी के बच्चे याद रखियो, इंडिया जी अपनी कंट्री एक डेमोक्रेटिक कंट्री है, सब तो ज़्यादा धर्म भी अपनी कंट्री में ही पाए जाते हैं. सो चलो, द क्लाइमेटिक कंडीशन लाइक टैंपरेचर, ह्यूमिडिटी, रेनफॉल. टैंपरेचर तापमान, ह्यूमिडिटी नमी, रेनफॉल बारिश होंगी है, घट होंगी है, ज़्यादा होंगी है, लाइक इस तरह दी कंडीशनस ने. वेरी का इत्थे मीनिंग होंदा बच्चे चेंजेबल. कोई चीज़ जिहड़ी चीज़ चेंज होंदी रहंदी है. वेरीएबल, वेरी वो तो ही बनया, जिहड़ी चीज़ चेंज होंदी रहंदी है. वेरी फ्रॉम वन रीजन टू अनदर. एक थां ते बारिश बहुत ज़्यादा होंदी है, दूसरी थां ते बहुत घट होंदी है. फॉर एग्जाम्पल राजस्थान, उत्थे बर्फ जिहड़ी रेन आ बहुत घट होंदी है. ਇਹਦਾ ऑपोजिट करो, सब तो ज़्यादा रेन कित्थे होंदी है? इंडिया विच. सोचो बच्चे, इंडिया में सब तो ज़्यादा रेन कित्थे होंदी है? वेरी गुड, वेरी गुड. चलो, असम विच होंदी है. असम का एक एरिया चिरापूंजी. आई होप कुछ बच्चे एस हिस्ट्री में बहुत स्ट्रोंग होंगे, उन्होंने पता होएगा चिरापूंजी. तो चिरापूंजी का भी एक एरिया बच्चे लाइक समथिंग कुछ नाम है मेरे माइंड से इस टाइम आ नहीं रहा, बट चिरापूंजी जिहड़ा वा उत्थे सब तो ज़्यादा बारिश होंदी है. ठीक है. यदा एक होर एरिया ये अंदर ही है, सो वह नाम मेरे माइंड च नहीं आ रहा इस टाइम. सो तुसीं जरूर बच्चे पढ़ना है एस हिस्ट्री में. अगे चलिए.
तो सीज़न के आधार पर बच्चे इन्हों की वंड किस तरह की है, खरीफ क्रॉप ਅਤੇ ਰੱਬੀ क्रॉप। एक तीसरी किस्म वो तुहाडी बुक च नहीं हैगी, बट मैं तुहानूं एक्सट्रा लिखवा दूंगा। पहलां आपां खरीफ क्रॉप बारे देखिए। बच्चे जिहड़ी खरीफ क्रॉप आ, ਇਹ क्रॉप ਦਾ ਜਿਹੜਾ ਸੀਜ਼ਨ ਆ, ਆਪਾਂ ਪੈਰੇ ਦੇ ਵਿੱਚੋਂ ਹੀ ਆਪਾਂ ਨੂੰ ਦੇਖ ਲੈਂਦੇ ਹਾਂ ਨਾਲ ਦੀ ਨਾਲ। ਦ क्रॉप ਵਿਚ ਆਰ ਸੋਨ ਇਨ ਦ ਰੇਨੀ ਸੀਜ਼ਨ, ਬਰਸਾਤੀ ਮੌਸਮ ਦੇ ਵਿੱਚ ਜਿਹੜੀ ਫਸਲ ਬੀਜੀ ਜਾਂਦੀ ਹੈ ਉਹਨੂੰ ਖਰੀਫ क्रॉप ਕਹਿੰਦੇ ਹਨ। ਕਲੀਅਰ ਬੱਚੇ? ਪੰਜਾਬੀ ਮੀਡੀਅਮ ਵਾਲੇ ਬੱਚੇ ਧਿਆਨ ਨਾਲ ਸੁਣ ਲੈਣ। ਉਹ ਫਸਲ ਹੁੰਦੀ ਹੈ ਜਿਹੜੀ ਮਾਨਸੂਨ ਦੇ ਸੀਜ਼ਨ ਵਿੱਚ ਬੀਜੀ ਜਾਂਦੀ ਹੈ, ਦੈਟ ਇਜ਼ ਅ ਮਾਨਸੂਨ ਔਰ ਮੌਨਸੂਨ, ਵਟ ਐਵਰ ਯੂ ਕੈਨ ਪ੍ਰੋਨਾਊਂਸ ਇਟ, ਮੌਨਸੂਨ ਔਰ ਮਾਨਸੂਨ, ਵਟ ਐਵਰ, ਦਿਸ ਇਜ਼ ਮੌਨਸੂਨ। The rainy season in India is generally from June to September। ਜਿਹੜਾ ਬੱਚੇ ਮੌਨਸੂਨੀ ਸੀਜ਼ਨ ਹੁੰਦਾ ਉਹ ਆਪਣੇ ਇੰਡੀਆ 'ਚ ਕਦੋਂ ਆਉਂਦਾ? ਜੂਨ ਅਤੇ ਸਤੰਬਰ ਦੇ ਵਿੱਚ, ਮਤਲਬ ਜੂਨ ਤੋਂ ਸਤੰਬਰ ਤੱਕ ਆਉਂਦਾ। ਠੀਕ ਹੈ ਬੱਚੇ, ਜੂਨ ਟੂ ਸੈਪਟੈਂਬਰ। ਠੀਕ ਹੈ ਬੱਚੇ। ਆਫਟਰ ਦੈਟ ਇਹਦੇ ਵਿੱਚ ਕਿਹੜੀਆਂ ਕਿਸਮਾਂ ਨੇ? ਤੁਸੀਂ 2 ਜਾਂ 3 ਕਿਸਮਾਂ ਨੂੰ ਯਾਦ ਕਰਨਾ, ਲਰਨ ਕਰਨਾ। ਅਗਰ ਸਾਰੀਆਂ ਹੋ ਸਕਦੀਆਂ ਤਾਂ ਸਾਰੀਆਂ ਯਾਦ ਕਰ ਲਿਓ। पैडी मतलब झोने की फसल, मेज मतलब मक्की, सोयाबीन, ओबीयसली इन्हूं सोयाबीन ही कहने आप। ग्राउंड नट का बच्चे मतलब होंदा मूंगफली। इन्हूं थोड़ा मैं जूम कर देना तो आई थिंक मैं ये मीनिंग इत्थे लिख देना, अगर कुछ बच्चे नोट करना चाहते हैं तो नाल दी नाल मैं हालांकि बोल भी रहा, बट फिर भी अगर कुछ बच्चे नोट करना चाहते हैं। पैडी मीनस ਝੋਨੇ ਦੀ ਪਨੀਰੀ। ਹਾਲਾਂਕਿ ਆਪਾਂ ਝੋਨਾ ਜਿਹੜਾ ਪੂਰਾ ਰਾਈਸ ਆਪਾਂ ਉਹਨੂੰ ਕਹਿੰਦੇ ਹਾਂ, ਔਰ ਪੈਡੀ ਝੋਨੇ ਦੀ ਪਨੀਰੀ ਨੂੰ ਕਹਿੰਦੇ ਨੇ। ਮੇਜ ਮੱਕੀ ਬੱਚੇ, ਮੇਜ਼ ਮਤਲਬ ਮੱਕੀ। ਹਾਂਜੀ, ਸੋਇਆਬੀਨ ਮਤਲਬ ਓਬੀਅਸ ਆ, ਇਹਨੂੰ ਸੋਇਆਬੀਨ ਹੀ ਬੋਲਦੇ ਨੇ। ਸੋ ਗਰਾਊਂਡ ਨਟ ਦਾ ਮੀਨਿੰਗ ਬੱਚੇ, ਵੈਰੀ ਗੁੱਡ, ਗਰਾਊਂਡ ਨਟ ਮਤਲਬ ਮੂੰਗਫਲੀ। Then here is next one is cotton, obvious it's cotton। एक बच्चे थोड़ी जी नॉलेज, ਜਿਹੜੇ ਬੱਚੇ ICSE बोर्ड ਜਾਂ ICS बोर्ड ਨੂੰ ਬਿਲੋਂਗ ਕਰਦੇ ਨੇ ਉਹਨਾਂ ਲਈ ਸਪੈਸ਼ਲ। ਸਮਟਾਈਮਸ you will be asked about scientific name। ਪੈਡੀ ਦਾ ਬੱਚੇ ਸਾਇੰਟੀਫਿਕ ਨੇਮ ਨੋਟ ਕਰੋ, that is Oryza sativa। Oryza sativa। It's Zea maize। ਉਹਨਾਂ ਬੱਚਿਆਂ ਲਈ ਆ ਜੋ ਥੋੜ੍ਹਾ ਐਕਸਟਰਾ ਨੌਲੇਜ ਲੈਣਾ ਚਾਹੁੰਦੇ ਨੇ। ਸੋਇਆਬੀਨ ਦਾ ਬੱਚੇ ਇਸ ਟਾਈਮ ਮੈਨੂੰ ਯਾਦ ਨਹੀਂ ਆ ਰਿਹਾ, ਬਟ ਕੋਈ ਨਹੀਂ, ਇਹਦਾ ਵੀ ਨੈਕਸਟ ਵੀਡੀਓ ਵਿੱਚ ਆਪਾਂ ਜ਼ਰੂਰ ਜ਼ਿਕਰ ਕਰਾਂਗੇ। ਦਿਸ ਇਜ਼ ਅਰੈਕੇਸ ਹਾਈਪੋਜੀਆ। Arachis hypogea। ओके बच्चे, तो ये जीनस एंड स्पीशी मैं दोनों कवर किया। तो एज अ जनरल नॉलेज बच्चे तुसीं इहनूं जरूर याद रखियो, अगर हो सके तो समटाइम्स तुहानूं ये पुछया जा सकता। चलो वीडियो बच्चे तुसीं दोबारा देखोगे तो नोट कर लियो। हुण आपां अगे चलीए। ਰੱਬੀ क्रॉप ਕਿਹੜੀਆਂ ਹੁੰਦੀਆਂ ਨੇ? ਰੱਬੀ क्रॉप ਦੇ ਵਿੱਚ ਬੱਚੇ ਆਪਣੀਆਂ ਉਹ ਫਸਲਾਂ ਆ ਜਾਂਦੀਆਂ ਜਿਹੜੀ ਮੌਨਸੂਨ ਤੋਂ ਬਿਨਾਂ ਹੁੰਦੀਆਂ ਨੇ। ਪਹਿਲਾਂ ਦੇਖੋ ਆਪਾਂ ਗੱਲ ਕਰ ਲਈ ਮੌਨਸੂਨ ਦੀ, ਹੁਣ ਇਹ ਫਸਲਾਂ ਜਿਹੜੀਆਂ ਮੌਨਸੂਨ ਤੋਂ ਬਿਨਾਂ ਹੁੰਦੀਆਂ ਨੇ। ਚਲੋ ਇਹਨਾਂ ਦਾ ਆਪਾਂ ਮੰਥ ਨੋਟ ਕਰੀਏ ਬੱਚੇ। ਥੀਸ ਕ੍ਰੌਪਸ ਆਰ ਗਰੋਨ ਇਨ ਦਾ ਵਿੰਟਰ ਸੀਜ਼ਨ। ਸਪੈਸ਼ਲੀ ਜਿਹੜੀਆਂ ਠੰਡ ਵਾਲੀਆਂ ਹੁੰਦੀਆਂ ਨੇ, ਠੰਡੇ ਸੀਜ਼ਨ ਵਿੱਚ ਉਗਾਈਆਂ ਜਾਂਦੀਆਂ ਨੇ, ਉਹਨਾਂ ਨੂੰ ਰੱਬੀ क्रॉप ਕਹਿੰਦੇ ਆ। ਤਾਂ ਇਹਦੀ ਜਿਹੜੀ ਟਾਈਮ ਆ ਬੱਚੇ ਉਹ ਅਕਤੂਬਰ ਟੂ ਮਾਰਚ, ਦੈਟ ਇਜ਼ ਯੂ ਕੈਨ ਰਾਈਟ ਇਨ ਸ਼ਾਰਟ ਓਮ, ਅਕਤੂਬਰ ਟੂ ਮਾਰਚ। ਇੱਕ ਐਕਚੁਅਲੀ ਬੱਚੇ ਮੇਰੇ ਮਾਈਂਡ 'ਚ ਕੁਝ ਸ਼ਾਰਟ ਟ੍ਰਿਕਸ ਵੀ ਆਉਂਦੀਆਂ ਨੇ ਇਹਨਾਂ ਨੂੰ ਯਾਦ ਕਰਨ ਦੀਆਂ। ਜਿੱਦਾਂ ਉੱਪਰ ਬੱਚੇ G2S, ਇਹ ਸ਼ਾਰਟ ਟ੍ਰਿਕ ਮੇਰੇ ਮਾਈਂਡ 'ਚ ਆਈ ਸੀਗੀ। ਚਲੋ ਇਹਨੂੰ ਜ਼ਰੂਰ ਨੋਟ ਕਰ ਲਿਓ। ਤੋ G2S ਜਿਹੜੇ ਹੈਗਾ ਵਾ, ਇਹ ਬੱਚੇ ਖਰੀਫ क्रॉप ਆ। ਇਹਨੂੰ ਕਿਸੇ ਤਰੀਕੇ ਨਾਲ ਇਹਨਾਂ ਲਿੰਕ ਕਰ ਲਿਓ। ਮੀਨਸ ਯੂ ਕੈਨ ਰਾਈਟ ਹੀਅਰ KJS, ਤੁਹਾਨੂੰ ਯਾਦ ਰਹੇਗਾ। ਇਹਨੂੰ ਮੈਂ ਹੋਰ ਤਰੀਕੇ ਨਾਲ ਤੁਹਾਨੂੰ ਦੱਸ ਦਿੰਦਾ। ਆਪਾਂ ਨੂੰ ਬੱਚੇ ਇੱਕ ਸ਼ਾਰਟ ਟ੍ਰਿਕ ਤੁਹਾਨੂੰ ਦੱਸ ਦਿੰਦਾ ਮੈਂ ਇੱਥੇ।
हाँ जी, वो बच्चे शॉर्ट ट्रिक हैगी आ, दैट इज़ KSG। मैं घुमा दिता इनू, ਇਹਦਾ हो गया कब स्कूल, जे ਦਾ हो गया, ਹੁਣ ਤੁਸੀਂ ਸਮਝ ਗਏ ਹੋਵੋਗੇ, जे ਦਾ हो गया जाना। कब स्कूल जाना, ਇਹਦੇ ਵਿੱਚ ਤੁਸੀਂ ਇਹਨੂੰ ਖੁਦ ਅਲਟਰਨੇਟ ਕਰ ਲਿਓ, ਬਟ ਇਹ ਚੀਜ਼ ਤੁਹਾਨੂੰ ਯਾਦ ਰਹੇਗੀ। ਖਰੀਫ crop are sown or are grown from, ਦੇਖੋ ਓਬਵੀਅਸ ਆ ਸੈਪਟੰਬਰ ਟੂ ਜੂਨ ਆਪਾਂ ਨਹੀਂ ਬੋਲਾਂਗੇ, ਜੂਨ ਆਪਾਂ ਨੂੰ ਪਹਿਲਾਂ ਬੋਲਣਾ ਪੈਣਾ। ਸੋ ਜੂਨ ਇਜ਼ ਦ ਫਸਟ ਪੀਰੀਅਡ, ਦੈਨ ਆਫਟਰ ਸੈਪਟੰਬਰ। ਸੋ ਇਹ ਇੱਕ ਛੋਟਾ ਜਿਹਾ ਸੈਂਟੈਂਸ ਆ, ਤੁਸੀਂ ਇਹਨੂੰ ਯਾਦ ਕਰ ਸਕਦੇ ਹੋ। ਕਬ ਸਕੂਲ ਜਾਣਾ, ਖਰੀਫ ਜੂਨ ਟੂ ਸੈਪਟੰਬਰ, ਉਹਨੂੰ ਅਲਟਰਨੇਟ ਕਰ ਲਿਓ, ਠੀਕ ਹੈ। ਤੋ ਇਹ ਸ਼ਾਰਟ ਟ੍ਰਿਕ ਆ, ਤੁਹਾਡੇ ਬੱਚੇ ਕੰਮ ਆਏਗੀ। ਰੱਬੀ ਕ੍ਰੌਪ ਦੇ ਵਿੱਚ ਤੁਸੀਂ ਇਹਦੀ ਸ਼ਾਰਟ ਟ੍ਰਿਕ ਨੂੰ ਕਿੱਦਾਂ ਯਾਦ ਰੱਖ ਸਕਦੇ ਹੋ, ROM। ਆਈ ਥਿੰਕ ਜਿਹੜੇ ਬੱਚੇ ਕੰਪਿਊਟਰ ਸਬਜੈਕਟ ਪੜ੍ਹਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਨਾ ਕਿ ਰੋਮ ਦੀ ਤੁਹਾਡੇ ਤੋਂ ਫੁੱਲ ਫੋਰਮ ਪੁੱਛੀ ਜਾਂਦੀ ਹੈ। ਦੈਟ ਇਜ਼ ਐਕਚੁਅਲੀ ਬੱਚੇ ਮੇਰਾ ਸਾਇੰਸ ਸਬਜੈਕਟ ਹੈ, ਬਟ ਫਿਰ ਵੀ ਮੈਨੂੰ ਸ਼ਾਇਦ ਯਾਦ ਕਰਨ ਆ ਜਾਏਗੀ। ਰੀਡ ਓਨਲੀ ਮੈਮਰੀ, ਹਾਂ ਆਈ ਥਿੰਕ ਸੋ, ਇਸ ਤਰ੍ਹਾਂ ਇਹ ਇਹਦੀ ਫੁੱਲ ਫਾਰਮ ਹੁੰਦੀ ਆ। ਆਈ ਥਿੰਕ ਤੁਹਾਨੂੰ ਯਾਦ ਹੋਏਗਾ ਬੱਚੇ ਜਿਹੜੇ ਕੰਪਿਊਟਰ ਵਿੱਚ ਵਧੀਆ ਨੇ। ਰੀਡ ਓਨਲੀ ਮੈਮਰੀ ਮਤਲਬ ਇਹਦੇ ਵਿੱਚ ਜਿਹੜਾ ਅਸੈਸ ਹੁੰਦਾ ਬੱਚੇ, ਉਹ ਸਿਰਫ ਮੈਮਰੀ ਦੇ ਡਾਟਾ ਨੂੰ ਹੀ ਰੀਡ ਕਰੇਗਾ, ਲਾਈਕ ਇਸ ਤਰ੍ਹਾਂ ਦੀ ਕੁਛ ਹੁੰਦਾ ਵਾ, ਇੱਕ ਰੀਡ ਦੀ ਇੱਕ ਰੈਮ। ਹੁਣ ਤੁਸੀਂ ਇਹਨੂੰ ਯਾਦ ਰੱਖ ਲੈਣਾ ਕਿ ਜਿਹੜੀਆਂ ਰੱਬੀ ਕ੍ਰੌਪਸ ਨੇ ਉਹ ਕਿਸੇ ਅਕਤੂਬਰ ਟੂ ਮਾਰਚ ਦੇ ਮੰਥ ਵਿੱਚ ਹੀ ਗਰੋਨ ਕੀਤੀਆਂ ਜਾਂਦੀਆਂ ਨੇ। ਦੋ ਨਾਮ ਹੋ ਗਏ ਤੁਹਾਡੇ ਕੋਲ, ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਇਹਨੂੰ ਸਿਖਾ ਦਿੱਤਾ ਗਿਆ ਵਾ। ਰੱਬੀ ਕ੍ਰੌਪਸ ਅਕਤੂਬਰ ਟੂ ਮਾਰਚ ਮਹੀਨੇ ਤੱਕ ਹੀ ਬੀਜੀਆਂ ਜਾਂਦੀਆਂ ਹਨ। ਰੋਮ ਪਹਿਲਾਂ ਹੈਗੇ ਕਬ ਸਕੂਲ ਜਾਣਾ, ਫਿਰ ਹੈਗੇ ਰੋਮ। ਚਲੋ ਇਹਦੀਆਂ ਕੁਛ ਐਗਜ਼ਾਮਪਲ ਨੇ, ਵੀਟ, ਗ੍ਰਾਮ, ਕਣਕ, ਛੋਲੇ, ਮਟਰ, ਸਰੋਂ, ਦੈਟ ਇਜ਼ ਅ ਮਸਟਰਡ, ਸਰੋਂ। ਲਿੰਸੀਡ, ਲਿੰਸੀਡ ਬੱਚੇ ਜਿਹੜੀਆਂ ਬੀਜ ਵਾਲੀ ਜਿਨ੍ਹਾਂ 'ਚੋਂ ਤੇਲ ਨਿਕਲਦਾ ਆਮ ਤੌਰ 'ਤੇ, ਦੈਟ ਇਜ਼ ਸੂਰਜਮੁਖੀ। ਸੂਰਜਮੁਖੀ ਦੇ ਬੀਜ ਨੂੰ ਆਪਾਂ ਲਿੰਸੀਡ ਬੋਲਦੇ ਹਾਂ, ਓਕੇ, ਜਿਹਨੂੰ ਆਪਾਂ ਮੋਸਟਲੀ ਸਨਫਲਾਵਰ ਕਹਿੰਦੇ ਹਾਂ, ਐਂਡ ਉਹਦਾ ਨਾਮ ਹੈਗਾ ਦੈਟ ਇਜ਼ ਅ ਬੱਚੇ ਹੈਲੀਐਂਥਸ ਐਨਸ, ਦੈਟ ਇਜ਼ ਅ ਬਾਇਓਲੋਜੀਕਲ ਨੇਮ ਹੈਲੀਐਂਥਸ ਐਨਸ, ਬਟ ਫਿਲਹਾਲ ਤੁਸੀਂ ਇਹਨੂੰ ਇੱਦਾਂ ਹੀ ਯਾਦ ਕਰ ਲਓ। ਚਲੋ ਹਾਂਜੀ, ਬੇਸਿਕ ਪ੍ਰੈਕਟਿਸਿਸ ਆਫ ਕ੍ਰੌਪ ਪ੍ਰੋਡਕਸ਼ਨ। ਕ੍ਰੌਪ ਪ੍ਰੋਡਕਸ਼ਨ ਦੇ ਲਈ ਬੇਸਿਕ ਜਿਹੜੇ ਆਪਾਂ ਢੰਗ ਯੂਜ਼ ਕਰਦੇ ਹੋ ਕਿਹੜੇ ਹੁੰਦੇ ਨੇ, ਜਾਂ ਕਿਹੜੇ ਹੁੰਦੇ ਸੀ ਪਹਿਲਾਂ, ਠੀਕ ਆ ਬੱਚੇ। ਹੁਣ ਆਪਾਂ ਉਹਦਾ ਜ਼ਿਕਰ ਕਰਾਂਗੇ। ਕਲਟੀਵੇਸ਼ਨ ਆਫ ਕ੍ਰੌਪਸ ਇਨਵੋਲਵ ਸੈਵਰਲ ਐਕਟੀਵਿਟੀਜ਼ ਅੰਡਰਟੇਕਨ ਬਾਈ ਫਾਰਮਰ। ਕਿਸਾਨ ਆ ਜਿਹੜੇ ਉਹ ਬਹੁਤ ਸਾਰੇ ਘਰੇਲੂ ਨੁਸਖਿਆਂ ਨਾਲ ਹੀ ਖੇਤੀ ਕਰਨ ਦਾ ਢੰਗ ਉਹਨਾਂ ਕੋਲ ਹੁੰਦਾ ਸੀ। ਪਹਿਲਾਂ ਘਰਾਂ ਵਿੱਚ ਹੀ ਚੀਜ਼ਾਂ ਦੇ ਸਮਾਨ ਨੂੰ ਤਿਆਰ ਕਰ ਲਿਆ ਜਾਂਦਾ ਸੀ, ਖੇਤਾਂ ਨੂੰ ਵਾਹੁਣ ਦੇ ਲਈ, ਖੇਤਾਂ ਵਿੱਚ ਕੰਮ ਕਰਨ ਲਈ ਦੇ ਲਈ, ਮਤਲਬ ਕੁਝ ਚੀਜ਼ਾਂ ਘਰੇ ਹੀ ਤਿਆਰ ਹੋ ਜਾਂਦੀਆਂ ਸੀਗੀਆਂ। ਤੋ ਉਹ ਹੁਣ ਆਪਾਂ ਇਸ ਚੈਪਟਰ 'ਚ ਦੇਖਾਂਗੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਉਪਯੋਗ ਕੀਤਾ ਜਾਂਦਾ। ਹੁਣ ਅੱਜ ਕੱਲ੍ਹ ਤਾਂ ਚਲੋ ਕਾਫੀ ਸਾਰੇ ਇੰਪਲੀਮੈਂਟਸ ਹੋ ਗਏ ਨੇ ਬੱਚੇ। ਜਸਟ ਵੇਟ, ਮੈਂ ਥੋੜ੍ਹਾ ਇਹਨੂੰ ਕਲੀਨ ਕਰਦਾ। ਸੋ ਚਲੋ ਇਹਦੇ ਹੋ ਗਿਆ। ਐਗਰੀਕਲਚਰ ਪ੍ਰੈਕਟਿਸਿਸ ਦੇ ਵਿੱਚ ਜਿਹੜੇ ਆਪਣੇ ਕੋਲ ਯੂਜ਼ ਕੀਤੇ ਜਾਂਦੇ ਨੇ, ਦੈਟ ਇਜ਼ ਦਾ ਨੰਬਰ 1 ਇਜ਼ ਪ੍ਰੈਪਰੇਸ਼ਨ ਆਫ ਸੋਇਲ। ਸਭ ਤੋਂ ਪਹਿਲਾਂ ਤਾਂ ਕਿ ਖੇਤੀ ਕਰਨ ਦਾ ਢੰਗ ਆ ਜਿਹੜਾ, ਸਭ ਤੋਂ ਪਹਿਲਾਂ ਖੇਤ ਨੂੰ ਬਰਾਬਰ ਕਰੋ, ਠੀਕ ਹੈ, ਉਹਦੇ ਵਿੱਚ ਮਿੱਟੀ ਨੂੰ ਜਿਹੜੀ ਆ ਪ੍ਰਪੇਅਰ ਕਰੋ। ਪ੍ਰੈਪਰੇਸ਼ਨ ਆਫ ਮਿੱਟੀ, ਪ੍ਰੈਪਰੇਸ਼ਨ ਆਫ ਸੋਇਲ, ਠੀਕ ਹੈ। ਨੰਬਰ 2 ਇਜ਼ ਸੋਇੰਗ, ਬੀਜ ਨੂੰ ਬੀਜਣਾ। ਫਿਰ ਉਹਦੇ ਵਿੱਚ 3rd ਇਜ਼ ਮੈਨਿਓਰ ਐਂਡ ਫਰਟੀਲਾਈਜ਼ਰ। ਅਗਰ ਮਿੱਟੀ ਦੇ ਵਿੱਚ ਕੋਈ ਕਮੀ ਆ ਜਾਂ ਉਹਦੇ ਵਿੱਚ ਝਾੜ ਨਹੀਂ ਵਧੀਆ ਆਉਂਦਾ ਤਾਂ ਉਹ 'ਚ ਮੈਨਿਓਰ ਐਂਡ ਫਰਟੀਲਾਈਜ਼ਰ ਦਾ ਉਪਯੋਗ ਕਰਨਾ। ਇਰੀਗੇਸ਼ਨ ਦਾ ਮੀਨਿੰਗ ਹੁੰਦਾ ਬੱਚੇ ਪਾਣੀ ਲਗਾਉਣਾ, ਸਿੰਚਾਈ ਕਰਨਾ, ਸਿੰਪਲ ਸਿੰਚਾਈ ਕਰਨਾ। ਪ੍ਰੋਟੈਕਟਿੰਗ ਫਰੋਮ ਵੀਡਸ, ਵੀਡਸ ਦਾ ਮੀਨਿੰਗ ਕੀ ਹੁੰਦਾ, ਨਦੀਨ, ਨਦੀਨਾਂ ਤੋਂ ਬਚਾਉਣਾ, ਨਦੀਨਾਂ ਤੋਂ ਬਚਾਉਣਾ। ਹਾਰਵੈਸਟਿੰਗ ਦਾ ਮਤਲਬ ਬੱਚੇ ਕਟਾਈ, ਫਸਲ ਦੀ ਕਟਾਈ ਕਰਨਾ। ਦੈਟ ਇਜ਼ ਐਟ ਲਾਸਟ ਇਜ਼ ਭੰਡਾਰਨ, ਸਟੋਰੇਜ। ਐਟ ਲਾਸਟ ਭੰਡਾਰਨ, ਠੀਕ ਹੈ, ਸਟੋਰੇਜ। ਓਕੇ ਬੱਚੇ। ਪ੍ਰੈਪਰੇਸ਼ਨ ਆਫ ਸੋਇਲ ਕਿਸ ਤਰ੍ਹਾਂ ਹੁੰਦੀ ਆ, ਅਗਰ ਤੁਸੀਂ ਸਿੰਪਲ ਦੇਖੋ, ਤੁਸੀਂ ਆਪਣੇ ਪਾਪਾ ਨੂੰ ਵੀ ਕਦੇ ਨੋਟ ਕੀਤਾ ਹੋਏਗਾ, ਪਹਿਲਾਂ ਖੇਤ ਨੂੰ ਜਾ ਕੇ ਵਾਹੁੰਦੇ ਨੇ, ਉਹਦੇ ਵਿੱਚੋਂ ਜਿਹੜਾ ਘਾਹ ਵਗੈਰਾ ਹੁੰਦਾ ਉਹਨੂੰ ਬਾਹਰ ਕੱਢਿਆ ਜਾਂਦਾ। ਆਫਟਰ ਦੈਟ ਉਹਦੇ ਵਿੱਚ ਸੁਹਾਗਾ ਫੇਰਿਆ ਜਾਂਦਾ, ਮਤਲਬ ਉਹਨੂੰ ਲੈਵਲਿੰਗ ਕੀਤੀ ਜਾਂਦੀ ਆ, ਫਿਰ ਉਹਦੇ 'ਤੇ ਬੀਜ ਨੂੰ ਬੀਜਿਆ ਜਾਂਦਾ, ਠੀਕ ਹੈ।
ਕਈ ਵਾਰੀ ਬੀਜ ਬੀਜਣ ਤੋਂ ਬਾਅਦ ਉਸ ਦੇ ਵਿੱਚ ਸੁਹਾਗਾ ਉਸ ਉੱਪਰ ਹਲਕਾ ਜਿਹਾ ਸੁਹਾਗਾ ਫੇਰਿਆ ਜਾਂਦਾ। ਸੋ ਮਤਲਬ ਕਿਸੇ ਵੀ ਤਰੀਕੇ ਨਾਲ ਤੁਸੀਂ ਦੇਖੋ ਕਿ ਖੇਤ ਦੀ ਪ੍ਰੈਪਰੇਸ਼ਨ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਬਿਲਕੁਲ ਬੇਸਿਕ ਬੱਚੇ ਹੈਗੀਆਂ ਗੱਲਾਂ ਇਹਦੇ ਵਿੱਚ। ਚਲੋ, preparation of a soil is the first step before growing a crop. One of the most important task ਦਾ meaning ਕੀ ਹੁੰਦਾ ਬੱਚੇ? task means work, ਕੰਮ। task means ਕੰਮ। ਸੋ ਕਈ ਬੱਚਿਆਂ ਨੂੰ meaning ਨਹੀਂ ਸਮਝ ਆਏਗਾ, ਸੋ ਨੋਟ ਕਰ ਲਿਓ। ਕੰਮ in agriculture is to turn the soil and loosen it। ਖੇਤ ਨੂੰ ਵਾਹੁਣ ਦਾ ਮਕਸਦ ਕੀ ਆ? ਕਿ ਜਿਹੜੀ ਉਹਦੀ ਉੱਪਰਲੀ ਸਤ੍ਹਾ ਮਿੱਟੀ ਦੀ ਉਹ ਹਲਕੀ ਹੋ ਜਾਵੇ, ਥੋੜ੍ਹੀ ਜਿਹੀ ਪੋਲੀ ਹੋ ਜਾਵੇ, ਹਲਕੀ ਹੋ ਜਾਵੇ, ਅਤੇ ਬੀਜ ਜਿਹੜਾ ਉਹਦੇ ਵਿੱਚ ਆਪਣੀ ਪਕੜ ਕਰ ਸਕੇ। ਠੀਕ ਹੈ ਬੱਚੇ। This allows the roots to penetrate। What does it mean penetrate? Penetrate ਦਾ ਵਿੱਚ ਮਤਲਬ ਹੁੰਦਾ to enter। to enter ਜ਼ਮੀਨ ਦੇ ਵਿੱਚ ਮਿੱਟੀ ਆ ਜਿਹੜੀ ਉਹਦੇ ਵਿੱਚ ਉਹ ਇੰਨੀ ਜ਼ਿਆਦਾ ਹਾਰਡ ਨਾ ਹੋਵੇ ਕਿ ਉਹਦੇ ਵਿੱਚ ਬੀਜ ਦੀਆਂ ਜੜ੍ਹਾਂ ਜਾਂ ਬੀਜ ਉਹਦੇ ਵਿੱਚ ਗਰੋ ਹੀ ਨਾ ਕਰ ਪਾਏ। ਮਿੱਟੀ ਹਲਕੀ ਹੋ ਜਾਏ, ਸੌਫਟ ਹੋ ਜਾਏ, ਉਹਦੇ ਵਿੱਚ ਜਿਹੜਾ ਬੀਜ ਆ ਉਹ ਗਰੋ ਕਰ ਸਕੇ, ਆਪਣੀ ਪਕੜ ਕਰ ਸਕੇ। ਠੀਕ ਹੈ ਬੱਚੇ। ਜੇ ਆਪਾਂ ਬੀਜ ਉਹਦੇ ਉੱਪਰ ਸੁੱਟਾਂਗੇ ਤਾਂ ਉੱਪਰਲੀ ਸਤ੍ਹਾ 'ਚ ਰਹੇਗਾ, ਜਿਹੜੀ ਮਤਲਬ ਹਾਰਡ ਮਿੱਟੀ ਹੋਏਗੀ ਤਾਂ ਬੀਜ ਉਹਦੇ ਵਿੱਚ ਗਰੋ ਨਹੀਂ ਕਰੇਗਾ। ਤਾਂ ਇਸ ਕਰਕੇ ਉਹਨੂੰ ਪਲਫਿੰਗ ਕਰਨੀ ਬਹੁਤ ਜ਼ਰੂਰੀ ਆ, ਵਾਹੁਣਾ ਬਹੁਤ ਜ਼ਰੂਰੀ ਆ ਖੇਤ ਨੂੰ। ਚਲੋ, ਅਤੇ ਇੱਥੇ ਗੱਲ ਲਿਖੀ ਹੈ ਕਿ the loosened soil helps in the growth of earthworm and microbes present in the soil। These organisms are friends of the farmers since they further turns and loosen the soil and added the humus to it। But why does the soil need to be turned and loosened? ਉਹੀ ਚੀਜ਼ ਵਿੱਚ ਗੱਲ ਹੋਊਗੀ, ਕਿਉਂਕਿ ਜਦੋਂ ਆਪਾਂ ਨੂੰ ਮਿੱਟੀ ਨੂੰ ਸੌਫਟ ਕਰ ਦਿੰਦੇ ਹਾਂ, ਉਹਦੇ ਵਿੱਚ ਜਿਹੜੇ ਅਰਥਵਰਮ ਅਤੇ ਮਾਈਕਰੋਬਸ ਨੇ ਜਿਹੜੀ ਸਤ੍ਹਾ ਦੇ ਨੀਚੇ ਬੈਠੇ ਨੇ, ਤਾਂ ਜਦੋਂ ਉੱਪਰਲੀ ਸਤ੍ਹਾ ਦੀ ਅਦਲਾ ਬਦਲੀ ਹੁੰਦੀ ਆ ਤਾਂ ਕੁਝ ਮਾਈਕਰੋਬਸ ਉਹਦੇ ਵਿੱਚ ਹੁੰਦੇ ਨੇ, ਅਰਥਵਰਮਸ ਹੁੰਦੇ ਆ, ਉਹ ਮਿੱਟੀ ਨੂੰ ਹੋਰ ਚੰਗੀ ਤਰ੍ਹਾਂ ਕਨਵਰਟ ਕਰ ਦਿੰਦੇ ਆ, ਉਪਜਾਊ ਮਿੱਟੀ ਵਿੱਚ ਕਨਵਰਟ ਕਰ ਦਿੰਦੇ ਆ, ਉਹਦੀ ਫਰਟੀਲਿਟੀ ਨੂੰ ਵਧਾ ਦਿੰਦੇ ਆ। ਇਸ ਚੀਜ਼ ਨੂੰ ਯਾਦ ਰੱਖਿਓ, ਉਸ ਦੀ ਫਰਟੀਲਿਟੀ ਨੂੰ ਵਧਾ ਦਿੰਦੇ ਆ, ਉਹਨੂੰ ਉਪਜਾਊ ਕਰ ਦਿੰਦੇ ਆ। ਅਰਥਵਰਮ ਜਿਸ ਮਿੱਟੀ ਵਿੱਚ ਹੁੰਦੇ ਆ ਉਹ ਮਿੱਟੀ ਦੀ ਉਪਜਾਊ ਸ਼ਕਤੀ ਕਾਫੀ ਵਧੀਆ ਹੁੰਦੀ ਹੈ। ਇਹ ਗੱਲ ਨੂੰ ਵਿੱਚ ਯਾਦ ਰੱਖਿਓ। ਤੋ ਅਰਥਵਰਮ ਅਤੇ ਮਾਈਕਰੋਬਸ ਕੁਝ ਬੈਕਟੀਰੀਆ ਹੁੰਦੇ ਜਿਹੜੇ ਮਿੱਟੀ ਦੇ ਵਿੱਚ ਪਾਏ ਜਾਂਦੇ ਆ, ਤੁਹਾਨੂੰ ਪਤਾ ਹੀ ਹੋਏਗਾ। ਅਗਰ ਤੁਸੀਂ ਇੱਕ ਮੁੱਠੀ one mist of your hand containing thousands of bacteria, thousands of microbes, ਅਗਰ ਤੁਸੀਂ ਇੱਕ ਮੁੱਠੀ ਆਪਣੇ ਮਿੱਟੀ ਨੂੰ ਫੜੋਗੇ ਤਾਂ ਉਹਦੇ ਵਿੱਚ ਹਜ਼ਾਰਾਂ ਤੋਂ ਕਿਆ ਮਿਲੀਅਨਸ ਦੇ ਵਿੱਚ ਉਹਦੇ ਵਿੱਚ ਬੈਕਟੀਰੀਆ ਅਤੇ ਮਾਈਕਰੋਬਸ ਆ ਜਾਣਗੇ। ਤਾਂ ਖੇਤ ਵਿੱਚ ਸੋਚੋ ਬੱਚੇ ਕਿੰਨੇ ਜ਼ਿਆਦਾ ਹੋਣਗੇ ਫਿਰ। ਅੰਡਰਸਟੈਂਡ? ਓਕੇ, ਚਲੋ ਬੱਚੇ ਹੁਣ ਆਪਾਂ ਨੈਕਸਟ ਚੱਲੀਏ, ਕਿਉਂਕਿ ਇਹਦੇ ਵਿੱਚ ਸਿਰਫ ਇਹਦੀ ਪ੍ਰੈਪਰੇਸ਼ਨ ਦੀ ਹੀ ਗੱਲ ਕੀਤੀ ਹੋਈ ਆ, ਬਟ ਆਪਾਂ ਅੱਗੇ ਚੱਲੀਏ। ਤਾਂ ਖੇਤ ਨੂੰ ਜਦੋਂ ਵਾਹੁੰਦੇ ਹਾਂ ਬੱਚੇ, ਉਹਦੇ ਵਿੱਚ ਇੱਕ ਕੰਮ ਕੀਤਾ ਜਾਂਦਾ, ਦੈਟ ਇਜ਼ ਅ ਟਿਲਿੰਗ, ਪਲਫਿੰਗ। ਤਾਂ ਟਿਲਿੰਗ ਅਤੇ ਪਲਫਿੰਗ ਦੇ ਵਿੱਚ ਇਹਦੇ ਵਿੱਚ ਮੀਨਿੰਗ ਕੀ ਆ ਕਿ ਉਹਦੀ ਉੱਪਰਲੀ ਸਤ੍ਹਾ ਨੂੰ ਸੌਫਟ ਕਰ ਦੇਣਾ। ਤੁਹਾਡੇ ਕੁਐਸਚਨ ਦਾ ਆਨਸਰ ਵੀ ਆ, ਕੁਐਸਚਨ ਆਏਗਾ ਵਾਟ ਇਜ਼ ਪਲਫਿੰਗ, ਵਾਟ ਇਜ਼ ਟਿਲਿੰਗ। ਯੂਰ ਆਨਸਰ ਸ਼ੁੱਡ ਬੀ ਦ ਪ੍ਰੋਸੈਸ ਆਫ ਲੂਸਨਿੰਗ ਐਂਡ ਟਰਨਿੰਗ ਆਫ ਦ ਸੋਇਲ ਇਜ਼ ਕੋਲਡ ਟਿਲਿੰਗ। ਸੋ ਇਟ ਇਜ਼ ਅ ਵੈਰੀ ਈਜ਼ੀ ਟੂ ਲਰਨ। ਬਹੁਤ ਸਾਰੇ ਬੱਚੇ ਆ ਜਿਹੜੇ ਇਹਨੂੰ ਪਹਿਲੀ ਵਾਰੀ ਪੜ੍ਹਦੇ ਹੀ ਯਾਦ ਕਰ ਲੈਣਗੇ। ਕੋਸ਼ਿਸ਼ ਕਰੋ ਕਿ ਵੀਡੀਓ ਦੇ ਨਾਲ ਹੀ ਤੁਸੀਂ ਆਨਸਰ ਲਿਖਣ ਦੀ ਕੋਸ਼ਿਸ਼ ਕਰੋ, ਤਾਂ ਜਦੋਂ ਆਪਾਂ ਐਂਡ 'ਚ ਇਹਦੇ ਕੁਐਸਚਨ ਆਨਸਰ ਕਰਾਂਗੇ ਤੁਹਾਨੂੰ ਈਜ਼ੀ ਹੋ ਜਾਏਗਾ, ਕਿਉਂਕਿ ਤੁਸੀਂ ਆਨਸਰ ਆਲਰੇਡੀ ਲਿਖੇ ਹੋਣਗੇ। ਓਕੇ ਬੱਚੇ। ਚਲੋ, ਤਾਂ ਪਲਫਿੰਗ ਦਾ ਮਤਲਬ ਖੇਤ ਨੂੰ ਵਾਹੁਣਾ ਅਤੇ ਉਹਦੇ ਉੱਪਰਲੀ ਸਤ੍ਹਾ ਨੂੰ ਸੌਫਟ ਕਰਨਾ। ਚਲੋ, ਇਸ ਤੋਂ ਥੋੜ੍ਹਾ ਨੈਕਸਟ ਚੱਲੀਏ ਹੁਣ ਆਪਾਂ। ਚਲੋ, ਐਗਰੀਕਲਚਰ ਇੰਪਲੀਮੈਂਟਸ। ਹੁਣ ਇੱਥੇ ਇੰਪਲੀਮੈਂਟਸ ਦਾ ਮੀਨਿੰਗ ਕੀ ਹੈ ਬੱਚੇ? ਇੱਥੇ ਇੰਪਲੀਮੈਂਟਸ ਦਾ ਮੀਨਿੰਗ ਹੈਗਾ ਖੇਤੀ ਵਿੱਚ ਵਰਤੇ ਜਾਣ ਵਾਲੇ ਸੰਦ। ਜੇ ਆਪਾਂ ਪੰਜਾਬੀ ਦੀ ਬੁੱਕ ਵਿੱਚ ਇਹਨੂੰ ਨੋਟ ਕਰੀਏ ਤਾਂ ਉੱਥੇ ਸ਼ਬਦ ਯੂਜ਼ ਕੀਤਾ ਹੋਇਆ ਖੇਤੀ ਵਿੱਚ ਵਰਤੇ ਜਾਣ ਵਾਲੇ ਸੰਦ। ਤੋ ਖੇਤ ਵਿੱਚ ਕਿਹੜੇ ਜਿਹੜੇ ਔਜ਼ਾਰ ਨੇ ਵਰਤੇ ਜਾਂਦੇ ਨੇ। ਨੰਬਰ 1 ਜਿਹੜਾ ਤੁਹਾਨੂੰ ਸਾਹਮਣੇ ਦਿਖ ਰਿਹਾ, ਪੁਰਾਣੇ ਸਮਿਆਂ ਵਿੱਚ ਬੱਚੇ ਇਹਦਾ ਉਪਯੋਗ ਕੀਤਾ ਜਾਂਦਾ ਸੀ, ਯੂਜ਼ ਕੀਤਾ ਜਾਂਦਾ ਸੀ। ਇਹਦੇ ਵਿੱਚ ਬੱਚੇ ਇੱਥੇ ਇੱਕ 1 ਆਇਰਨ ਦਾ ਇੱਕ ਪੀਸ ਲੱਗਿਆ ਹੁੰਦਾ ਸੀਗਾ, ਕਾਫੀ ਸ਼ਾਰਪ, ਜਿਹੜਾ ਪੂਰੇ ਖੇਤ ਨੂੰ ਵਾਹੁਣ ਵਿੱਚ ਹੈਲਪ ਕਰਦਾ ਸੀ। ਤਾਂ 2 ਔਕਸ ਆ ਜਿਹੜੇ ਇਹ ਉਹਦੀ ਹੈਲਪ, ਕਿਸਾਨ ਦੀ ਹੈਲਪ ਕਰਦੇ ਸੀ ਉਹਨੂੰ ਖੇਤ ਨੂੰ ਵਾਹੁਣ ਦੇ ਵਿੱਚ। ਓਬਵੀਅਸ ਜੀ ਗੱਲ ਆ ਬੱਚੇ, ਬਿਲਕੁਲ ਸਿੰਪਲ ਆ, ਕੋਈ ਖਾਸ ਇਹਦੇ ਵਿੱਚ ਬਹੁਤ ਰੋਕਟ ਸਾਇੰਸ ਨਹੀਂ ਹੈਗੀ ਕਿ ਸਾਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਸ ਤਰ੍ਹਾਂ ਕੰਮ ਕਰਦਾ ਹੋਏਗਾ। ਓਬਵੀਅਸ ਆ, ਇਹਨੂੰ ਟਾਈ ਕੀਤਾ ਹੋਇਆ ਔਕਸ ਦੇ ਉੱਪਰ ਟਾਈ ਕੀਤਾ ਹੈ, ਤਾਂ ਉਹ ਖਿੱਚ ਰਹੇ ਨੇ। ਐਜ਼ ਦੇ ਆਰ ਮੂਵਿੰਗ the farmers and the sharp iron will penetrate into the upper layer of the soil, the upper layer of the soil। okay, तो इस करके ਆਪਾਂ ਇਹਨੂੰ ਪਲਫਿੰਗ ਤੇ ਟਿਲਿੰਗ ਕਹਿੰਦੇ ਆ। ਅੰਡਰਸਟੈਂਡ ਬੱਚੇ?
द फस्ट वन इज़ अ प्लफ। सेम वही चीज़ प्लफ ਨੂੰ ਹੁਣ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੱਤਾ ਵੀ ਪਲਫ ਕੀ ਹੁੰਦੀ ਹੈ। ਪਲਫ ਤੋਂ ਜਿਹੜੀ ਚੀਜ਼ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ ਉਹਨੂੰ ਹੀ ਥੋੜ੍ਹਾ ਜਿਹਾ ਇਹਦੇ ਵਿੱਚ ਮੋਡੀਫਾਈ ਕਰਕੇ ਲਿਖਿਆ ਗਿਆ ਵਾ। ਇਹਦੇ ਵਿੱਚ ਥੋੜ੍ਹਾ ਜਿਹਾ ਪੁਰਾਣੇ ਸਮੇਂ ਦੀ ਵੀ ਗੱਲ ਕੀਤੀ ਗਈ ਆ। ਓਕੇ ਬੱਚੇ, ਆਈ ਥਿੰਕ ਅੱਜ ਦੀ ਵੀਡੀਓ ਆਪਾਂ ਇੱਥੇ ਹੀ ਕਵਰ ਕਰੀਏ ਤਾਂ ਸੈਕਿੰਡ ਪਾਰਟ ਵਿੱਚ ਆਪਾਂ ਬਣਾਵਾਂਗੇ। ਤਾਂ ਸੈਕਿੰਡ ਪਾਰਟ ਵਿੱਚ ਮੈਂ ਇਹਨੂੰ ਫਰਦਰ ਐਕਸਪਲੇਨ ਕਰੂੰਗਾ। ਇਸ ਤੋਂ ਬਾਅਦ ਮੈਂ ਇਹਨੂੰ ਫਰਦਰ ਐਕਸਪਲੇਨ ਕਰੂੰਗਾ ਬੱਚੇ, ਠੀਕ ਹੈ। ਪਲਫ ਹੋ ਗਿਆ, ਟਰਡੀਸ਼ਨਲ ਹੋ ਗਿਆ, ਆ ਕੁਛ ਪੀਛੇ ਰਹਿ ਗਏ ਆਪਣੇ, ਆਪਾਂ ਨੈਕਸਟ ਕਰਾਂਗੇ ਬੱਚੇ, ਸੈਕਿੰਡ ਵੀਡੀਓ ਦੇ ਵਿੱਚ ਕਰਾਂਗੇ। ਓਕੇ ਬੱਚੇ, ਚਲੋ ਓਕੇ ਫਾਈਨ, ਬਾਏ ਬਾਏ, ਟੇਕ ਕੇਅਰ।